ਸਤਿ ਸ੍ਰੀ ਅਕਾਲ। ਆਪਾਂ ਇਸ ਕੜੀ ਨੂੰ ਨਿਰੰਤਰ ਸਮਝਦੇ ਹੋਏ ਕਿ ਸਮਾਜਿਕ ਸਵਾਸਥ ਮਾਨਸਿਕ ਸਵਾਸਥ ਨਾਲ ਜੁੜੀ ਹੋਈ ਹੈ। ਇਸ ਤੋਂ ਪਹਿਲੇ ਐਪੀਸੋਡ ਦੇ ਵਿੱਚ ਮੈਂ ਮੈਮਰੀ ਪਾਵਰ ਦੇ ਉੱਤੇ, ਯਾਦਦਾਸ਼ਤ ਦੇ ਉੱਤੇ ਬਰਕਰਾਰ ਰੱਖਣ ਲਈ ਕੁਝ ਹਿੰਟ ਦਿੱਤੇ ਸਨ। ਸਾਡੀ ਜਿਹੜੀ ਮੈਮਰੀ ਪਾਵਰ ਹੈ ਇਹ 4 ਪ੍ਰਕਾਰ ਦੀ ਹੈ। ਸ਼ਾਰਟ ਟਰਮ ਮੈਮਰੀ ਕੁਝ ਮਿੰਟਾਂ ਕੁਝ ਘੰਟਿਆਂ ਦੇ ਵਿੱਚ ਖਤਮ ਹੋ ਜਾਂਦੀ ਹੈ, ਉਹਨੂੰ ਸਟੋਰ ਕਰਨ ਦੀ ਜ਼ਰੂਰਤ ਨਹੀਂ ਹੈ। ਮੰਨ ਲਓ ਤੁਸੀਂ ਕਿਸੇ ਬੰਦੇ ਤੋਂ ਮੋਬਾਈਲ ਦਾ ਨੰਬਰ ਪੁੱਛਿਆ, ਤੁਹਾਨੂੰ ਜ਼ਰੂਰਤ ਹੈ, ਤੁਸੀਂ ਮੋਬਾਈਲ ਦਾ ਨੰਬਰ ਲੈ ਕਰਕੇ ਫੋਨ ਕਰ ਲਿਆ, ਉਸ ਤੋਂ ਮਗਰੋਂ ਦੀ ਜ਼ਰੂਰਤ ਨਹੀਂ, ਤੇ 2 ਘੰਟੇ ਤੋਂ ਮਗਰੋਂ, ਅੱਧੇ ਘੰਟੇ ਤੋਂ ਮਗਰੋਂ ਤੁਹਾਨੂੰ ਨੰਬਰ ਭੁੱਲ ਜਾਏਗਾ। ਇਹਨੂੰ ਅਸੀਂ ਕਹਿੰਦੇ ਹਾਂ ਸ਼ਾਰਟ ਟਰਮ ਮੈਮਰੀ। ਇਹ ਬ੍ਰੇਨ ਦੇ ਅੰਦਰ ਬ੍ਰੇਨ ਬੇਸਡ ਮੈਮੋਰੀਜ਼ ਹੈ, ਜਿਹਨੂੰ ਅਸੀਂ ਨਿਊਰਲ ਕੈਨਾਲ ਦੇ ਵਿੱਚ ਹੀ ਕਹਿੰਦੇ ਹਾਂ ਕਿ ਜਿਹੜੇ ਨਰਵ ਸੈੱਲ ਹੈ ਉਹਨਾਂ ਦੇ ਅੰਦਰ ਹੀ ਥੋੜੀ ਦੇਰ ਵਾਸਤੇ ਆਉਂਦੀ ਹੈ ਔਰ ਚਲੀ ਜਾਂਦੀ ਹੈ। और दूसरी है लॉन्ग टर्म मेमोरी। लॉन्ग टर्म मेमोरी जो है ये एक बहुत लंबे समय तो लेके साढ़े साथ चलती है। बाहरी घटना ਨੂੰ ਦੇਖਦੇ ਹੋਏ ਜੋ ਵੀ ਇਵੈਂਟ ਸਾਡੇ ਸਾਹਮਣੇ ਆਉਂਦੀਆਂ ਹਨ, ਕਿਉਂਕਿ ਇਹ ਯਾਤਰਾ ਤਾਂ ਚੱਲਦੀ ਰਹਿੰਦੀ ਹੈ, ਇਹ ਇਵੈਂਟ ਤਾਂ ਚੱਲਦੀ ਰਹਿੰਦੀ ਹੈ, ਇਹ ਵਿਸ਼ਵ ਦਾ ਡਰਾਮਾ ਜੋ ਹੈ ਇਹ ਜੂੰ ਦੀ ਤਰ੍ਹਾਂ ਚੱਲਦਾ ਹੀ ਰਹਿੰਦਾ ਹੈ, ਬੰਦ ਨਹੀਂ ਹੁੰਦਾ। ਔਰ ਹਰ ਸੈਕਿੰਡ ਦੀ ਮੈਮੋਰੀ ਸਾਡੇ ਅੰਦਰ ਫੀਡ ਹੁੰਦੀ ਹੈ। ਕਈ ਘਟਨਾ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਬ੍ਰੇਨ ਦੇ ਵਿੱਚ ਫੀਡ ਕਰ ਦਿੰਦੇ ਹਾਂ, ਸਟੋਰ ਕਰ ਦਿੰਦੇ ਹਾਂ, ਮੈਮੋਰੀ ਸਟੋਰੇਜ। ਉਸ ਨੂੰ ਮੈਂ ਜ਼ਿਆਦਾ ਨਹੀਂ ਖੋਲਦਾ ਕਿ ਬ੍ਰੇਨ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ, ਅਲੱਗ-ਅਲੱਗ ਜਗ੍ਹਾ ਦੇ ਵਿੱਚ ਨਿਊਰੋਨਸ ਦਾ ਇੱਕ ਸਿਸਟਮ ਹੈ ਜਿਸ ਦੇ ਅੰਦਰ ਇਹ ਸਟੋਰ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਲੌਂਗ ਟਰਮ ਮੈਮਰੀ। ਅਸੀਂ ਬਚਪਨ ਤੋਂ ਲੈ ਕੇ ਜਦੋਂ ਤੋਂ ਅਸੀਂ ਹੋਸ਼ ਸੰਭਾਲੀ, 5-7 ਵਰਸ਼ਾਂ ਤੋਂ ਲੈ ਕੇ ਵੀ ਅੱਜ ਬੰਦੇ ਨੂੰ ਆਪਣੀ ਬਾਇਓਗ੍ਰਾਫੀ ਯਾਦ ਹੈ, ਉਹ ਕਿਸੇ ਵੀ ਚੀਜ਼ ਨੂੰ ਰਿਵਾਈਵ ਕਰ ਸਕਦਾ ਹੈ, ਕਿਸੇ ਵੀ ਗੱਲ ਨੂੰ ਕਿਸੇ ਟਾਈਮ ਯਾਦ ਕਰ ਸਕਦਾ ਹੈ। ਇਹਨੂੰ ਅਸੀਂ ਲੌਂਗ ਟਰਮ ਮੈਮੋਰੀ ਕਹਿੰਦੇ ਕਿ ਆਪਣੇ ਇਸ ਜੀਵਨ ਦੀ ਜੀਵਨ ਕਹਾਣੀ ਲਿਖੋ। ਔਰ ਦੂਸਰੀ ਗੱਲ ਹੈ ਅਨਕੌਂਸ਼ੀਅਸ ਮੈਮੋਰੀ। ਅਨਕੌਂਸ਼ੀਅਸ ਮੈਮੋਰੀ ਜਿਹੜੀ ਹੈ ਉਸ ਨੂੰ ਰਿਵਾਈਵ ਨਹੀਂ ਕੀਤਾ ਜਾ ਸਕਦਾ। ਰਿਵਾਈਵ ਦਾ ਅਰਥ ਹੈ ਕਿ ਉਹਨੂੰ ਫਿਰ ਯਾਦਦਾਸ਼ਤ ਵਿੱਚ ਨਹੀਂ ਲਿਆਂਦਾ ਜਾ ਸਕਦਾ, ਕਿਉਂਕਿ ਉਹ ਇੰਨੀ ਗਹਿਰੀ ਚਲੀ ਜਾਂਦੀ ਹੈ ਕਿ ਜੋ ਬ੍ਰੇਨ ਬੇਸ ਤੋਂ ਵੀ ਥੱਲੇ ਸਾਡੀ ਕੌਨਸ਼ੀਅਸ ਦੇ ਵਿੱਚ ਸਟੋਰ ਹੋ ਜਾਂਦੀ ਹੈ। ਸਾਡੀ ਕੌਨਸ਼ੀਅਸ ਦੇ ਵਿੱਚ ਜਨਮਾਂ ਦੀ ਮੈਮਰੀ ਸਟੋਰ ਹੈ, ਕਿਉਂਕਿ ਇੱਕ ਆਤਮਾ ਜੋ ਇਸ ਸਰੀਰ ਨੂੰ ਚਲਾਉਣ ਵਾਲੀ ਹੈ, ਇਹ ਬੈਟਰੀ ਜਦੋਂ ਫੁੱਲ ਹੁੰਦੀ ਹੈ ਤਾਂ ਇਹ ਅਨੇਕ ਜਨਮ ਲੈਣ ਤੇ ਵੀ ਇਹ ਬੈਟਰੀ ਖਾਲੀ ਨਹੀਂ ਹੁੰਦੀ। ਇਸ ਵਾਸਤੇ ਇਸ ਮੈਮਰੀ ਨੂੰ ਕਿਹਾ ਜਾਂਦਾ ਹੈ ਅਨਕੌਂਸ਼ੀਅਸ ਜਾਂ ਇੰਪਲਿਕਟ ਮੈਮਰੀਜ਼, ਜੋ ਕਿ ਡੋਰਮੈਂਟ ਲੈਵਲ ਦੇ ਵਿੱਚ ਚਲੀ ਗਈ ਔਰ ਜਿਸ ਦੀ ਯਾਦਦਾਸ਼ਤ ਸਾਨੂੰ ਨਹੀਂ ਹੈ। ਪਰ ਕਿਸੇ ਟਾਈਮ ਜਦੋਂ ਇਹ ਆਤਮਾ ਰਾਤ ਨੂੰ ਰੈਸਟ ਕਰਦੀ ਹੈ, ਸਾਰੇ ਦਿਨ ਦਾ ਕਾਰੋਬਾਰ ਕੀਤਾ, ਪ੍ਰੋਫੈਸ਼ਨਲ ਡਿਊਟੀਜ਼ ਕੀਤੀਆਂ, ਉਸ ਤੋਂ ਮਗਰੋਂ ਅਸੀਂ ਰਾਤ ਨੂੰ ਰੈਸਟ ਕਰਨ ਲੱਗੇ
नींद आ गई ਤਾਂ ਸਾਡਾ ਸਰੀਰ ਤਾਂ ਰੈਸਟ ਕਰ ਰਿਹਾ ਹੈ, ਪਰ ਸਾਡਾ ਮਾਈਂਡ ਤੇ ਸਾਡਾ ਹਾਰਟ ਇਹ ਰੈਸਟ ਨਹੀਂ ਕਰਦਾ। ਇਹ ਜਨਮ ਤੋਂ ਲੈ ਕੇ, ਬਲਕਿ ਸਾਡਾ ਮਨ ਤਾਂ ਇੱਕ ਜਨਮਾਂ ਤੋਂ ਲੈ ਕੇ ਨਿਰੰਤਰ ਮੈਮਰੀਜ਼ ਨੂੰ ਸਟੋਰ ਕਰਦਾ ਰਹਿੰਦਾ। ਇਹ ਮੈਮਰੀਜ਼ ਅਨੇਕ ਜਨਮਾਂ ਦੀ ਚਾਰੇ ਅਵਸਥਾ ਵਿੱਚ ਦੀ ਗੁਜ਼ਰਦੀ ਹੈ। ਉਹ ਮੈਂ ਪਹਿਲਾਂ ਹੀ ਦੱਸ ਚੁੱਕਿਆ। ਜਦੋਂ ਆਖਰੀ ਅਵਸਥਾ ਦੇ ਉੱਤੇ ਬੈਟਰੀ ਬਿਲਕੁਲ ਖਤਮ ਹੋ ਜਾਂਦੀ ਹੈ ਔਰ ਇਹ ਮੈਮਰੀ ਜਿਹੜੀ ਸਟੋਰ ਹੋਈ ਹੈ, ਇਸ ਨੂੰ ਦੁਬਾਰਾ ਤੋਂ ਰੀਚਾਰਜ ਕੀਤਾ ਜਾਂਦਾ ਔਰ ਦੁਬਾਰਾ ਤੋਂ ਰੀਚਾਰਜ ਕਰਕੇ ਫਿਰ ਦੁਬਾਰਾ ਚੱਕਰ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਇਹ ਚੀਜ਼ ਹੈ। ਉਹ ਰਾਤ ਨੂੰ ਸੌਣ ਦੇ ਟਾਈਮ ਇਸ ਤਰ੍ਹਾਂ ਦੀ ਮੈਮੋਰੀ ਕਈ ਵਾਰੀ ਮਨ ਦੇ ਪਰਦੇ ਉੱਤੇ ਆ ਜਾਂਦੀ ਹੈ। ਗਹਿਰੀ ਨੀਂਦ ਵਿੱਚ ਸੁੱਤੇ ਹੋਏ ਹਾਂ, ਉਹ ਮੈਮੋਰੀ ਬ੍ਰੇਨ ਵੇਵ ਦੇ ਉੱਤੇ, ਮਨ ਦੇ ਉੱਤੇ ਚੱਲ ਰਹੀ ਹੈ। ਆਤਮਾ ਦੇ ਵਿੱਚ ਉਹ ਵਿਚਾਰ ਚੱਲ ਰਹੇ। ਕਈ ਵਾਰੀ ਡਰ ਲੱਗਦਾ ਹੈ, ਕਈ ਵਾਰੀ ਬੜਾ ਆਨੰਦ ਵੀ ਆਉਂਦਾ ਹੈ, ਕਈ ਵਾਰੀ ਅਸੀਂ ਇਸ ਤਰ੍ਹਾਂ ਹੁੰਦਾ ਹੈ ਸੁੱਤੇ ਪਏ ਹੋਏ ਇਸ ਤਰ੍ਹਾਂ ਦੀ ਸੀਨਰੀ ਦੇਖਦੇ ਹਾਂ ਕਿ ਸਾਨੂੰ ਬੜਾ ਸੁੱਖ ਨਜ਼ਰ ਆਉਂਦਾ ਹੈ। ਤੇ ਇਸ ਤਰ੍ਹਾਂ ਇਹ ਮੈਮੋਰੀਜ਼ ਨੂੰ ਅਸੀਂ ਸਟੋਰ ਕਰਦੇ ਹਾਂ। ਇਹਦਾ ਕੀ ਫਾਇਦਾ ਹੈ? ਸਮਾਜਿਕ ਸਵਾਸਥ ਦੇ ਨਾਲ ਇਹਦਾ ਵੀ ਕੁਝ ਸੰਬੰਧ ਹੈ। ਉਹ ਇਹ ਹੈ ਕਿ ਪਾਸਟ ਦੀ ਗੱਲ ਨੂੰ ਬਾਰ-ਬਾਰ ਰਿਪੀਟ ਨਾ ਕਰੀਏ। ਕਈ ਘਟਨਾ ਸਾਡੇ ਜੀਵਨ ਦੇ ਵਿੱਚ ਆਉਂਦੀਆਂ ਹਨ ਜੋ ਪਾਸਟ ਹੋ ਜਾਂਦੀਆਂ ਹਨ। ਕਿੰਨੀ ਵੀ ਵੱਡੀ ਦੁੱਖ ਦੀ ਘਟਨਾ ਆਉਂਦੀ ਹੈ, ਨੀਅਰੈਸਟ ਡੀਅਰੈਸਟ ਸੰਬੰਧੀ ਦੀ ਮੌਤ ਹੋ ਜਾਂਦੀ ਹੈ ਔਰ ਯੁਗਲ ਸਾਥੀ ਦੀ, ਸੁਪਤਨੀ ਦੀ ਮੌਤ ਹੋ ਜਾਂਦੀ ਹੈ। ਉਹਨਾਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਸਭ ਤੋਂ ਵੱਡੀ ਦੁੱਖ ਦੀ ਘਟਨਾ ਪਤਨੀ ਦੀ ਮੌਤ ਹੋਣਾ ਜਾਂ ਆਪ ਦੇ ਬੱਚੇ ਦੀ ਮੌਤ ਹੋਣਾ। ਇਹ ਘਟਨਾ ਸਾਡੇ ਪਾਸਟ ਲਾਈਫ ਵਿੱਚ, ਇਸ ਦੁੱਖ ਨੂੰ ਅਸੀਂ ਕਿੰਨੀ ਦੇਰ ਲੈ ਕੇ ਚੱਲ ਸਕਦੇ? ਕਈ ਵਾਰੀ ਮਾਸ, ਕਈ ਵਰਸ਼ ਤੱਕ ਵੀ ਇਹ ਘਟਨਾ ਯਾਦ ਰਹਿੰਦੀ ਹੈ। ਜਦੋਂ ਕੋਈ ਉਸ ਤਰ੍ਹਾਂ ਦਾ ਸੀਨ ਸਾਹਮਣੇ ਆਉਂਦਾ ਹੈ, ਬੇਸ਼ੱਕ ਉਹ ਸਾਹਮਣੇ ਵਾਲੇ ਵਿਅਕਤੀ ਦਾ ਹੈ, ਕਿਸੇ ਨੂੰ ਉਹ ਦੁੱਖ ਹੋਇਆ ਹੈ, ਪਰ ਉਹਦੇ ਨਾਲ ਹੀ ਸਾਨੂੰ ਸਾਡੀ ਪਾਸਟ ਦੀ ਘਟਨਾ ਯਾਦ ਹੁੰਦੀ ਹੈ। ਉਹ ਦੁੱਖ ਡਬਲ ਹੋ ਜਾਂਦਾ ਹੈ। ਇਸੇ ਵਾਸਤੇ ਕਿਹਾ ਗਿਆ ਹੈ ਕਿ ਪਾਸਟ ਇਜ਼ ਪਾਸਟ, ਫੋਰਗੇਟ ਦ ਪਾਸਟ। ਬੀਤੀਆਂ ਘਟਨਾ ਨੂੰ ਯਾਦ ਨਾ ਕਰੋ। ਵਰਤਮਾਨ ਸਮੇਂ ਦੀ ਜੋ ਘਟਨਾ ਹੈ ਉਸ ਨੂੰ ਇੰਜੋਏ ਕਰੋ, ਐਂਟਰਟੇਨਮੈਂਟ ਕਰੋ। ਪਹਿਲਾਂ ਵੀ ਮੈਂ ਸ਼ਾਇਦ ਇਸ ਗੱਲ ਨੂੰ ਦੱਸਿਆ ਸੀ। ਤੁਹਾਡੇ ਘਰ ਦੇ ਵਿੱਚ ਇੱਕ ਪਾਰਟੀ ਹੋਣੀ, ਉਸ ਪਾਰਟੀ ਦੇ ਵਿੱਚ ਤੁਸੀਂ ਅੱਛੇ ਬੰਦਿਆਂ ਨੂੰ ਇਨਵਾਈਟ ਕੀਤਾ ਔਰ ਅਚਾਨਕ ਕੀ ਹੋਇਆ, ਪਾਰਟੀ ਦੇ ਵਿੱਚ ਸਾਰੀਆਂ ਚੀਜ਼ਾਂ ਆ ਗਈਆਂ ਔਰ ਸੁਪਤਨੀ ਜੋ ਹੈ ਉਹ ਚਾਹ ਦਾ ਕੈਟਲ ਲੈ ਕੇ ਆ ਰਹੀ ਹੈ ਔਰ ਅਚਾਨਕ ਕੀ ਹੁੰਦਾ ਹੈ, ठोकर लगी और पॉट नीचे गिर गया और चाह गिर गई। जिन्ने बंदे बैठे हैं हर एक दे मन दे उत्ते अलग अलग रिएक्शन होंदा है। तुसी थोड़ा गुस्से विच आके, जोश दे विच आके किया, गुस्सा किया, दूसरे व्यक्ति ने उठ के किया कोई खास गल नहीं है, ये हो ही जाता है, चलो आप बची हुई चाह का आनंद लईए।
और तीसरा व्यक्ति उठिया, उसने की किया, उसने कपड़ा लिया ते गिरी हुई चाय नूं साफ करना शुरू किया। कहने का भाव यह है, ये साडे संस्कार हैं, ये साडे एटीट्यूड हैं, ਜਿਹੜੇ शरीर नाल संबंध जरूर रखते हैं, क्योंकि जदों तक ये कॉन्शियस, ये चेतना इस शरीर अंदर है तो कष्ट तो आत्मा नूं ही भोगना पएगा। आपां कहंदे भी हाँ, कदे किसी ने क्या दुखी शरीर, सुखमय शरीर, आपां कह दिंने आगे दुखी आत्मा, सुखी आत्मा, महान आत्मा, परम आत्मा। परमात्मा नूं भी असीं इशारा करते हाँ कि ऊपर उंगली करके कि वो परम पिता परमात्मा वाहिगुरु जाने, असीं नहीं जानते, क्योंकि परमात्मा जो जन्म मरण रहत है, उसके पास उसकी रचना का पूरा रिकॉर्ड है। असीं 5-7 बच्चों का रिकॉर्ड रख सकते हैं, परिवार का रिकॉर्ड रख सकते हैं। आप देखते हैं कि आप छोटे रूप दे विच मैनेजमेंट कर सकते हैं, पर परम पिता परमात्मा एक क्रिएटर है, एक डायरेक्टर है, एक सुप्रीम एक्टर है। उसनूं एक दो की चिंता नहीं है, उन्होंने सारे विश्व की चिंता है। वो सारे विश्व उन्हां दे कर्मां दे अनुसार असीं दोष तां दे दिन्ने आंगे कि दुख सुख परमात्मा दिंदा है, पर मैं अपनी धारणा विच एक गल लैके आया जो कि मैनू एक संस्थान तो मिली कि दुख ते सुख देण वाला परमात्मा नहीं, और दुख हुंदा है साडे कर्मां दे अनुसार और सुख हुंदा है साडे श्रेष्ठ कर्मां दे अनुसार। जे असीं अपने नॉलेज दे द्वारा जिहड़ियां 7 गल्लां मैं अज दसियां है अपने जीवन दे विच लैके आओ और श्रेष्ठ कर्म करो, और इसे जन्म दे विच ही अति इंद्रिय सुख पाओ, जिन्हों असीं सुपर सेंसरी जॉयनेस कहने आ। अति इंद्रिय सुख जो डायरेक्ट परमात्मा छप्पर फाड़ के दे रहा है, ओदा आनंद माणिए। ਇਹਦੇ साथ ही विराम दिंदा होया मैं फुल स्टॉप लाउना हाँ, फिर आपां मिलांगे जल्दी। सत श्री अकाल।